ਸਤਿ ਸ਼੍ਰੀ ਅਕਾਲ ਦੋਸਤੋ, ਅਸੀਂ ਅੱਜ ਇੱਥੇ ਗੁਰਦੁਆਰਾ ਟਿੱਲਾ ਸਾਹਿਬ 'ਚ ਨੇ। ਇਹ ਗੁਰਦੁਆਰਾ ਸਾਹਿਬ ਨਿਊ ਟੇਰੀ 'ਚ ਪੈਂਦਾ ਹੈ। ਸਹੀ ਬੋਲ ਰਿਹਾ ਨਾ? ਹਾਂਜੀ, ਨਿਊ ਟੇਰੀ 'ਚ ਪੈਂਦਾ ਹੈ ਗੁਰਦੁਆਰਾ ਸਾਹਿਬ। ਅਤੇ ਮੇਰੇ ਨਾਲ ਅੱਜ ਇੱਥੇ ਮੌਜੂਦ ਨੇ ਇੱਥੋਂ ਦੇ ਜਿਹੜੇ ਹੈੱਡ ਗ੍ਰੰਥੀ ਨੇ। ਇਹਨਾਂ ਦਾ ਨਾਮ ਹੈ ਗਿਆਨੀ ਮੰਗਤ ਸਿੰਘ, ਹੈ ਨਾ। ਸਤਿ ਸ਼੍ਰੀ ਅਕਾਲ ਜੀ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਫਤਿਹ। ਵਾਹਿਗੁਰੂ ਜੀ ਦੀ ਫਤਿਹ। ਅਤੇ ਬਾਬਾ ਜੀ, ਤੁਸੀਂ ਸਾਨੂੰ ਇਸ ਗੁਰਦੁਆਰਾ ਸਾਹਿਬ ਦੀ ਹਿਸਟਰੀ ਦੇ ਬਾਰੇ 'ਚ ਦੱਸੋ। ਇਹ ਸਾਧ ਸੰਗਤ ਜੀ, ਪਹਿਲੇ ਤੁਹਾਡਾ ਬਹੁਤ ਅਸੀਂ ਧੰਨਵਾਦ ਕਰਨਾ ਜਿਹੜਾ ਤੁਸੀਂ ਇਸ ਗੁਰਦੁਆਰਾ ਟਿੱਲਾ ਸਾਹਿਬ ਨੂੰ ਚਾਰ ਚੰਦ ਲੈਣੇ ਚੰਡੀਗੜ੍ਹ ਤੋਂ ਇੱਥੇ ਸਪੈਸ਼ਲ ਆਇਆ ਖਾਲੀ ਤੇ। ਇਸ ਦਾ ਕੋਈ ਉਸ ਤਰ੍ਹਾਂ ਇਤਿਹਾਸ ਵੀ ਨਹੀਂ ਹੈ, ਕੋਈ ਗੁਰੂ ਸਾਹਿਬ ਇੱਥੇ ਆਏ ਵੀ ਨਹੀਂ। ਲੇਕਿਨ ਜਿਹੜਾ ਪੂਰਾ ਡੈਮ ਵਿੱਚ ਜਿਹੜਾ ਪੂਰਾ ਸ਼ਹਿਰ ਡੁੱਬਿਆ ਉੱਥੇ ਗੁਰਦੁਆਰਾ ਸਾਹਿਬ ਸੀ, ਅਤੇ ਉਸ ਦੇ ਬਦਲੇ ਫਿਰ ਗੌਰਮੈਂਟ ਨੇ ਇਹ ਨਵਾਂ ਦਰਬਾਰ ਸਾਹਿਬ ਤਿਆਰ ਕੀਤਾ। ਅਤੇ ਫਿਰ ਸਾਨੂੰ ਉੱਧਰੋਂ ਹੁਕਮ ਹੋਇਆ ਕਿ ਤੁਸੀਂ ਜਾਓ ਇਸ ਗੁਰਦੁਆਰਾ ਸਾਹਿਬ ਨੂੰ ਤੁਸੀਂ ਸੰਭਾਲੋ, ਕਿਉਂਕਿ ਉਸ ਵੇਲੇ ਉਹਨਾਂ ਨੂੰ ਵੀ ਇਹ ਹੋ ਗਿਆ ਸੀ, ਘਬਰਾਹਟ ਹੋ ਗਈ ਸੀ ਕਿ ਇੰਨਾ ਅਸੀਂ ਵੱਡਾ ਬਣਾ ਤੇ ਛੱਡਿਆ, ਲੇਕਿਨ ਉਹਨੂੰ ਚਲਾਏਗਾ ਕੌਣ। ਫਿਰ ਅਸੀਂ ਉੱਥੇ ਸਾਰੇ ਬਾਬੇ ਦਾਦੇ ਸਾਰੇ ਸੇਵਾ ਕਰਦੇ ਹੋਏ ਸੀ। ਫਿਰ ਸਾਨੂੰ ਬਚਪਨ ਤੋਂ ਇਸ ਕਮੀ ਲੱਗੇ ਸੀ, ਅਤੇ ਇਸ ਕਰਕੇ ਫਿਰ ਮੈਨੂੰ 20 ਸਾਲ ਹੋ ਗਏ ਇੱਥੇ। ਫਿਰ ਇਸ ਦੀ ਹਿਸਟਰੀ ਆਈ ਹੈ ਕਿ ਉੱਧਰੋਂ ਇਹ ਗੁਰਦੁਆਰਾ ਸਾਹਿਬ ਇੱਥੇ ਸ਼ਿਫਟ ਹੋਇਆ। ਅੱਛਾ, ਸ਼ਿਫਟ ਹੋਇਆ ਜੀ। ਅਤੇ ਮਤਲਬ ਇੱਥੇ ਸ਼ਿਫਟ ਹੋਏ ਨੂੰ ਕਿੰਨੇ ਸਾਲ ਹੋ ਗਏ ਨੇ? ਇਹਨੂੰ ਵੀ 2002 'ਚ ਹੋ ਗਿਆ ਸੀ। ਇਹ 2002 ਤੋਂ। ਅਤੇ ਤੁਸੀਂ ਗੁਰਦੁਆਰਾ ਸਾਹਿਬ 'ਚ ਕਦੋਂ ਦੇ ਲੱਗੇ ਹੋਏ ਹੋ, ਮਤਲਬ ਸੇਵਾ ਕਰਨਾ? ਹਾਂਜੀ, ਇੱਧਰ ਵੀ ਅਤੇ ਉੱਧਰ ਵੀ ਜਿਹੜਾ ਨਿਊ ਪੁਰਾਣੀ ਟੇਰੀ 'ਚ ਸੀਗਾ। ਮੈਂ ਡੈਮ ਜਦੋਂ ਦੇਖਣ ਗਿਆ ਸੀਗਾ ਅਤੇ ਇੱਕ ਸ਼ਹਿਰ ਵੀ ਡੁੱਬਿਆ ਹੋਇਆ ਸੀ ਉੱਥੇ। ਮੇਰੇ ਖਿਆਲ 'ਚ ਉੱਥੇ ਹੀ ਸ਼ਾਇਦ ਇਹ ਗੁਰਦੁਆਰਾ ਸਾਹਿਬ ਪਹਿਲਾਂ ਸੀਗਾ। ਉੱਥੇ ਰਾਜ ਮਹਿਲ ਸਭ ਤੋਂ ਹਜੇ ਵੀ ਨਜ਼ਰ ਆਉਂਦਾ ਜਿਹੜਾ ਡੁੱਬਿਆ। ਉਸ 'ਚ ਪਹਿਲੇ ਸਭ ਤੋਂ ਅਖੀਰਲਾ ਉਹੀ ਡੁੱਬਿਆ, ਕਿਉਂਕਿ ਸਭ ਤੋਂ ਉੱਚਾ ਉਹੀ ਸੀ। ਅਤੇ ਸਾਡਾ ਗੁਰਦੁਆਰਾ ਸਾਹਿਬ ਸਭ ਤੋਂ ਪਹਿਲੇ ਸੀ। ਅੱਛਾ। ਉਹ 300 ਮੀਟਰ ਥੱਲੇ ਸੀ ਗੁਰਦੁਆਰਾ ਸਾਹਿਬ, ਅਤੇ ਰਾਜ ਮਹਿਲ 300 ਮੀਟਰ ਉੱਤੇ ਸੀ। ਅੱਛਾ। ਅਤੇ ਆਪਣੇ ਬਜ਼ੁਰਗਾਂ ਦੀ ਹਿਸਟਰੀ ਦੇ ਬਾਰੇ 'ਚ ਮੈਂ ਤੁਹਾਡੇ ਤੋਂ ਪਹਿਲਾਂ ਵੀ ਪੁੱਛਿਆ ਸੀ, ਅਤੇ ਕਿਵੇਂ ਮਤਲਬ ਮਹਾਰਾਜ ਦਾ ਸਰੂਪ ਇੱਥੇ ਗੁਰਦੁਆਰਾ ਸਾਹਿਬ 'ਚ ਆਇਆ ਹੈ, ਜਿਹੜਾ ਪੁਰਾਣਾ ਗੁਰਦੁਆਰਾ ਸਾਹਿਬ ਸੀਗਾ, ਹੈ? ਉਹ ਸਾਡੇ ਨਾਨੇ ਪੜਨਾਨੇ ਸਨ 1935 'ਚ। ਅਤੇ ਉਹ ਰਾਜਾ ਸਾਹਿਬ ਉਹਨਾਂ ਨੂੰ, ਉਹ ਫੌਜੀ 'ਚ ਕਰਨਲ ਸਨ, ਅਤੇ ਉਹਨਾਂ ਨੂੰ ਆਪਣੇ ਉਹ ਫੌਜੀ ਜੀ ਬੈਕ ਪਾਈਪਰ ਵਜਾਉਂਦੇ ਸੀ। ਬੈਕ ਪਾਈਪਰ ਬੈਂਡ ਮਾਸਟਰ ਸਨ ਉਹ। ਅਤੇ ਉਹਨਾਂ ਨੂੰ ਫਿਰ ਉੱਥੇ ਵੀ ਰਾਜੇ ਨੇ ਕਿਹਾ ਸਾਡੇ ਨਾਲ ਆਓ ਤੁਸੀਂ। ਉਹਨਾਂ ਦੇ 2 ਪੜ੍ਹੇ ਲਿਖੇ ਸੰਗਰੂਰ ਦੇ ਸਨ, ਉਹ ਡਿਸਟ੍ਰਿਕਟ ਸੰਗਰੂਰ ਮੰਗਵਾਲ ਪਿੰਡ ਸੀ। ਅਤੇ ਉੱਥੇ ਫਿਰ ਉਹਨਾਂ ਨੇ ਆਏ, ਅਤੇ ਉਹਨਾਂ ਨੇ ਫਿਰ ਮਹਾਰਾਜਾ ਨੂੰ ਬੇਨਤੀ ਕੀਤੀ ਕਿ ਮਹਾਰਾਜ ਅਸੀਂ ਦਰਬਾਰ ਸਾਹਿਬ ਨੂੰ ਮੰਨਿਆ, ਅਤੇ ਸਾਨੂੰ ਇਹ ਗੁਰਦੁਆਰਾ ਸਾਹਿਬ ਬਣਾਉਣ ਦੀ ਕਿਧਰੇ ਜਗ੍ਹਾ ਦਿਓ, ਆਗਿਆ ਦਿਓ ਸਾਨੂੰ। ਅਤੇ ਰਾਜਾ ਸਾਹਿਬ ਉਹਨਾਂ ਕੋਲ ਖੁਸ਼ ਹੀ ਸਨ, ਕਿਉਂਕਿ ਉਹ ਉਹਨਾਂ ਨਾਲ ਰਹਿੰਦੇ ਉੱਠਦੇ ਬਹਿੰਦੇ ਸਨ। ਅਤੇ ਉਹਨਾਂ ਕਿਹਾ ਤੁਸੀਂ ਜਿੱਧਰ ਮਰਜ਼ੀ ਤੁਸੀਂ ਦਰਬਾਰ ਸਾਹਿਬ ਨੂੰ ਬਿਰਾਜਮਾਨ ਕਰ ਲਓ, ਅਤੇ ਗੁਰਦੁਆਰਾ ਸਾਹਿਬ ਤੁਸੀਂ ਬਣਾ ਸਕਦੇ ਹੋ। ਅਤੇ ਉੱਥੇ ਬੱਸ ਅੱਡਾ ਸੀ ਸਭ ਤੋਂ ਜਿਹੜਾ ਪੁਰਾਣੀ ਟੇਰੀ। ਅਤੇ ਉਸ ਵੇਲੇ ਉੱਥੇ 1935 ਕੋਈ ਇੰਨੀ ਆਬਾਦੀ ਨਹੀਂ ਸੀ, ਖਾਲੀ। ਫਿਰ ਉਹਨਾਂ ਨੇ ਫਿਰ ਬੱਸ ਅੱਡੇ 'ਚ ਆ ਕੇ ਉਹਨਾਂ ਥੋੜ੍ਹਾ ਜਗ੍ਹਾ ਲਿੱਤੀ, ਅਤੇ ਉਸ ਵੇਲੇ ਪਹਿਲੇ ਮੰਦਿਰ ਜਿਹੜਾ ਬਣਿਆ ਸੀ, ਅਤੇ ਉੱਥੇ ਫਿਰ ਉਹਨਾਂ ਦਰਬਾਰ ਸਾਹਿਬ ਨੂੰ 1950 ਵਿੱਚ 35 'ਚ ਅਤੇ ਦਰਬਾਰ ਸਾਹਿਬ ਨੂੰ ਉੱਥੇ ਬਿਰਾਜਮਾਨ ਕੀਤਾ। ਫਿਰ ਸਾਡੇ ਉਹਨਾਂ ਦੇ ਉਸ ਤੋਂ ਬਾਅਦ ਪ੍ਰਤਾਪ ਸਿੰਘ ਜੀ ਹੋਏ ਗਿਆਨੀ, ਫਿਰ ਸੰਮਨ ਸਿੰਘ ਜੀ ਹੋਏ, ਉੱਤਮ ਸਿੰਘ ਜੀ ਹੋਏ, ਮੇਹਰ ਸਿੰਘ ਜੀ ਹੋਏ। ਫਿਰ ਸਾਡੇ ਪਿਤਾ ਜੀ ਉਹਨਾਂ ਦੇ ਜਵਾਈ ਸਨ, ਉਹਨਾਂ ਨੇ ਆਪਣੀ ਕੁੜੀ ਉਹਨਾਂ ਨੂੰ ਦਿੱਤੀ ਹੋਈ ਸੀ। ਅੱਛਾ ਜੀ। ਹਾਂ, ਅਤੇ ਉਹਨਾਂ ਨੇ ਉੱਥੇ ਹੀ ਉਹਨਾਂ ਕਿਹਾ ਤੁਸੀਂ ਸਾਡੇ ਪਿਤਾ ਜੀ ਗਿਆਨੀ ਸਨ, ਅਤੇ ਉਹਨਾਂ ਕਿਹਾ ਮਹਾਰਾਜ ਜੀ ਤੁਸੀਂ ਸਾਡੀ ਕੁੜੀ ਨਾਲ ਵਿਆਹ ਕਰ ਲਓ, ਅਤੇ ਉਹ ਉਸ ਨਾਲ ਜੁੜ ਗਏ। ਫਿਰ ਉਹਨਾਂ ਨੇ ਉਹਨਾਂ ਨੂੰ ਗ੍ਰੰਥੀ ਪਦ ਦੇ ਦਿੱਤਾ। ਅੱਛਾ ਜੀ। ਫਿਰ ਉਹ ਗ੍ਰੰਥੀ ਇੱਥੋਂ ਦੇ ਗ੍ਰੰਥੀ ਉਹ ਪਾਕਿਸਤਾਨ ਤੋਂ ਆਈ ਸਾਡੇ ਪਿਤਾ ਜੀ ਉਸ ਵੇਲੇ ਜਦੋਂ ਗਦਰ ਮੱਚਿਆ ਸੀ। ਅਤੇ ਉਹ ਪਹਿਲੇ ਉੱਥੇ ਆਏ ਸੀ ਹਰਿਆਣੇ, ਜਮਨਾ ਨਗਰ ਜਗਾਦਰੀ। ਅਜੇ ਵੀ ਸਾਡੀ ਜ਼ਮੀਨ ਹੈ ਟੀਬੀ 'ਚ 3 ਕਿੱਲੇ। ਅਤੇ ਉਸ ਤੋਂ ਬਾਅਦ ਫਿਰ ਉਹਨਾਂ ਇੱਧਰ ਆਏ ਅਤੇ ਪੁਰਾਣੀ ਟੇਰੀ, ਅਤੇ ਉੱਥੇ ਫਿਰ ਉਹਨਾਂ ਨੇ 1950 'ਚੋਂ ਸ਼ੁਰੂ ਕੀਤੀ ਸੇਵਾ। ਅੱਛਾ, ਇੱਥੇ 1950 'ਚ ਸੇਵਾ ਸ਼ੁਰੂ ਹੋਈ ਹੈ ਗੁਰਦੁਆਰਾ ਸਾਹਿਬ। ਅਤੇ ਉਦੋਂ ਦਾ ਹੀ ਨਿਤਨੇਮ ਹੁੰਦਾ ਹੈ, ਪਾਠ ਹੁੰਦਾ ਉੱਥੇ। ਹਾਂਜੀ ਹਾਂਜੀ। ਅਤੇ ਤੁਸੀਂ ਕਦੋਂ ਨਿਤਨੇਮ ਕਰਨਾ ਸ਼ੁਰੂ ਕਰ ਦਿੱਤਾ ਸੀਗਾ ਜੀ? ਮੈਂ 90 'ਚ ਕੀਤਾ। 90 'ਚ ਮੇਰਾ ਭਰਾ ਐਕਸਪਾਇਰ ਹੋ ਗਿਆ ਸੀ ਛੋਟਾ। ਅਤੇ ਉਸ ਤੋਂ ਬਾਅਦ ਫਿਰ ਮੈਨੂੰ ਸੰਗਤ ਨੇ ਕਿਹਾ ਕਿ ਤੁਸੀਂ ਬਾਬਾ ਜੀ ਹੁਣ ਤੁਹਾਡਾ ਖਾਨਦਾਨ ਚੱਲਦਾ ਪਿਆ, ਤੁਸੀਂ ਸੰਭਾਲੋ ਇਹਨਾਂ ਨੂੰ। ਅਤੇ ਫਿਰ ਮੈਂ ਉਹ 90 ਤੋਂ 10 ਸਾਲ ਮੈਂ ਉੱਥੇ ਕੀਤੀ, 2012 ਸਾਲ। ਫਿਰ ਮੈਨੂੰ ਗੌਰਮੈਂਟ ਇੱਧਰ ਲਿਆਈ ਕਿ ਤੁਸੀਂ ਟਿੱਲਾ ਸਾਹਿਬ ਜਦੋਂ ਨਵਾਂ ਗੁਰਦੁਆਰਾ ਸਾਹਿਬ ਬਣਿਆ। ਹਾਂ, ਇਹ ਫਿਰ ਓਪਨਿੰਗ ਵੀ ਮੈਂ ਹੀ ਕੀਤੀ ਸੀ, ਸਾਡੇ ਹੱਥੋਂ ਹੋਈ ਇਸ ਦੀ ਓਪਨਿੰਗ ਵੀ। ਉਸੇ ਵੇਲੇ ਸ਼ੁਰੂ ਦਾ 20 ਸਾਲ ਵੀ ਮੈਨੂੰ ਹੋ ਗਏ ਸੇਵਾ ਕਰਦੇ ਬਾਬਾ ਜੀ ਨਾਲ। ਅਤੇ ਬੜੇ ਸੀ ਭਾਗਸ਼ਾਲੀ ਹਾਂ ਜਿਹੜਾ ਸਾਨੂੰ ਇਹ ਸੇਵਾ ਦਾ ਟਾਈਮ ਮਿਲਿਆ। ਹਾਂਜੀ। ਅਤੇ ਮੈਨੂੰ ਇਹ ਦੱਸੋ, ਸੰਗਤ ਬਾਰੇ ਦੱਸੋ। ਜਦੋਂ ਤੁਸੀਂ ਉੱਥੇ ਸੇਵਾ ਕਰਦੇ ਸੀ, ਉੱਥੇ ਕਿੰਨਾ ਟਾਈਮ ਲਗਾਇਆ ਸੀ? ਉੱਥੇ 10 ਸਾਲ। 10 ਸਾਲ ਤੁਸੀਂ ਉੱਥੇ ਲਗਾਏ ਸੀ। ਅਤੇ ਉੱਥੇ ਸੰਗਤ ਆਉਂਦੀ ਸੀਗੀ? ਹਾਂ, ਉੱਥੇ 80-90 ਪਰਿਵਾਰ ਸਨ।
ਅੱਛਾ, ਉੱਥੇ ਜਿਹੜਾ ਸ਼ਹਿਰ ਸੀਗਾ, ਹਾਂ ਸਹਿਜਧਾਰੀ ਹੋ ਗਏ ਤੇ ਸਾਰੇ ਗੁਰਸਿੱਖ ਹੋ ਗਏ, 80-90 ਪਰਿਵਾਰ ਸੀ ਤੇ ਗੁਰਦੁਆਰਾ ਸਾਹਿਬ ਸੋਹਣਾ ਹੀ ਚੱਲਦਾ ਸੀ। ਤੇ ਉੱਥੇ ਤੁਸੀਂ ਸੇਵਾ ਕਰਦੇ ਸੀ ਤੇ ਹਾਂ, ਬਾਅਦ ਚ ਸਾਡੇ- ਤੁਸੀਂ ਹਾਂ। ਇੱਥੇ ਆ ਕੇ ਸੇਵਾ ਕਰਨੀ ਸ਼ੁਰੂ ਕਰ ਦਿੱਤੀ ਹਾਂਜੀ ਗੁਰਦੁਆਰਾ ਹਾਂਜੀ ਸਾਹਿਬ। ਹਾਂਜੀ ਹਾਂਜੀ ਤੇ ਜਦੋਂ ਸ਼ਹਿਰ ਉਜਾੜਿਆ ਗਿਆ ਹਾਂਜੀ ਹੈ ਨਾ, ਇੱਥੇ ਵਸਾਇਆ ਗਿਆ ਸ਼ਹਿਰ, ਹਾਂਜੀ। ਤੇ ਉਦੋਂ ਕਾਫੀ ਪਰਿਵਾਰ ਸੀਗੇ, ਸਿੱਖ ਪਰਿਵਾਰ, ਤੇ ਹੁਣ ਕਿੰਨੇ ਨੇ ਇਸ ਸ਼ਹਿਰ 'ਚ? ਉਸ ਵੇਲੇ 80-90 ਸਨ, ਹੁਣ 30 ਪਰਿਵਾਰ ਰਹਿ ਗਏ ਕਿਉਂਕਿ ਕੋਈ ਦੇਹਰਾਦੂਨ ਚਲਾ ਗਿਆ, ਕੋਈ ਹਰਿਦੁਆਰ ਚਲਾ ਗਿਆ ਤੇ ਕੋਈ ਪਰਿਵਾਰ ਐਕਸਪਾਇਰ ਵੀ ਹੋ ਗਏ ਬਜ਼ੁਰਗ ਜਿਹੜੇ ਗੁਰਦੁਆਰੇ ਆਉਣ ਵਾਲੇ ਸੀ। ਹੁਣ ਜਿਹੜੇ ਉਹਨੇ ਬਜ਼ੁਰਗ ਰਹੇ ਹੀ ਨਹੀਂ ਹਨ ਤੇ ਜਿਹੜੇ ਬਾਕੀ ਸੰਗਤ ਹੈ ਉਹ ਗੁਰਦੁਆਰੇ ਮੱਥਾ ਟੇਕਣ ਵੀ ਨਹੀਂ ਆਉਂਦੇ ਇੱਥੇ ਨਵੀਂ ਟੇਰੀ। ਕੋਈ ਇਹਨਾਂ ਨੂੰ ਨਹੀਂ ਹੈ ਕਿ ਇਹਨਾਂ ਦੇ ਇੰਨਾ ਵੱਡਾ ਸੇਵਾ ਦਾ ਮੌਕਾ ਮਿਲਿਆ ਗੁਰਦੁਆਰਾ ਸਾਹਿਬ ਦਾ, ਅਸੀਂ ਸੇਵਾ ਕਰੀਏ ਜਾ ਕੇ, ਕੁਛ ਪੁੱਛੀਏ ਬਾਬਾ ਜੀ ਨੂੰ ਕੀ ਕਮੀ ਹੈ, ਤੁਹਾਨੂੰ ਕੀ ਚਾਹੀਦਾ, ਲੇਕਿਨ ਇੱਥੇ ਗੁਰਦੁਆਰੇ ਆ ਕੇ ਕੋਈ ਰਾਜੀ ਨਹੀਂ ਹੈ। ਤੇ ਉਹਨਾਂ ਨੂੰ ਕਹੋ ਤੇ ਉਹ ਕਹਿੰਦੇ ਕੋਈ ਫੋਰਸ ਨਹੀਂ ਸਾਡੇ ਉੱਤੇ, ਇਹ ਅਸੀਂ ਆਈਏ ਨਾ ਆਈਏ ਸਾਡੀ ਮਰਜ਼ੀ ਹੈ। ਇਹ ਗੱਲ ਤਾਂ ਗਲਤ ਹੈ ਜੀ, ਹਾਂ। ਕਿਉਂਕਿ ਉਹ ਕਮੇਟੀ ਵੀ ਹੈ ਇੱਥੋਂ ਦੀ। ਕਮੇਟੀ ਵੀ ਹੈ, ਕਮੇਟੀ ਵਾਲੇ ਨਹੀਂ ਆਉਂਦੇ ਪਹਿਲੇ ਮੱਥਾ ਟੇਕਣ, ਹਾਂਜੀ, ਤੇ ਹੋਰ ਕੌਣ ਆਏਗਾ? ਹੋਰ ਪਰਿਵਾਰਾਂ ਨੇ ਤਾਂ ਕੀ ਫਿਰ ਹੋਣਾ। ਉਹੀ ਜੋੜਨਗੇ ਨਾਲ। ਹੁਣ ਅਸੀਂ ਵੀ 20 ਸਾਲ ਹੋ ਗਏ, ਸਾਡੀ ਵੀ 5000 ਤਨਖਾਹ ਹੈ ਤੇ ਅਸੀਂ 5-6000 ਅਸੀਂ ਆਪਣੇ ਬੱਚੇ ਵੀ ਪਾਲਨੇ ਹਨ ਤੇ ਉਧਰ ਜਦੋਂ ਕੋਈ ਆਏਗਾ ਨਹੀਂ ਤੇ ਅਸੀਂ ਰਾਸ਼ਨ ਵੀ ਆਪਣੇ ਬਾਜ਼ਾਰੋਂ ਲਿਆਉਂਦੇ ਹਾਂ। ਅੱਛਾ ਜੀ। ਆਇਆ ਗਿਆ ਵੀ ਅਸੀਂ ਦੇਖਨੇ ਆ, ਸਭ ਅਸੀਂ ਪੂਰੀ ਸੇਵਾ ਕਰਨੇ ਆ ਸਾਨੂੰ, ਕਿਉਂਕਿ ਇਹ ਸੇਵਾ ਦਾ ਟਾਈਮ ਮਿਲਿਆ, ਇਹ ਚੋਲਾ ਇਸੀ ਕਰਕੇ ਮਿਲਿਆ ਕਿ ਬਾਬੇ ਨੂੰ ਪਾਠ ਕਰੋ, ਨਿਤਨੇਮ ਕਰੋ, ਸੇਵਾ ਕਰੋ, ਸਾਡਾ ਲੋਕ ਪਰਲੋਕ ਸਾਰਾ ਸੁਹੇਲਾ ਹੋਣਾ ਹੈ। ਤੇ ਅਸੀਂ ਸੇਵਾ ਨਹੀਂ ਕਰਾਂਗੇ ਸਾਨੂੰ ਇਹ ਫਿਰ ਉੱਥੇ ਜਮਾ ਦੀ ਮਾਰ ਪੈਣੀ ਆ, ਕਿਉਂਕਿ ਸਾਡਾ ਅਕਾਊਂਟ ਕੋਈ ਉੱਥੇ ਜਦੋਂ ਦੇਖਿਆ ਜਾਏਗਾ ਸਾਡਾ ਖਾਤਾ, ਜੇ ਸੇਵਾ ਨਹੀਂ ਹੋਈ ਤੇ ਉਹ ਬੜਾ ਹੋ। ਤੇ ਇੱਥੇ ਦੀ ਸੰਗਤ ਆਈ ਹੈ, ਅਸੀਂ ਕਈ ਵਾਰੀ ਇਹਨਾਂ ਨੂੰ ਬੇਨਤੀ ਕੀਤੀ ਤੁਸੀਂ ਆਓ, ਵਾਰ ਤੇ ਆਓ, ਸੇਵਾ ਕਰੋ, ਤੁਹਾਡੇ ਭਾਗ ਖੁੱਲਣਗੇ, ਤੁਹਾਡੇ ਖਾਤੇ 'ਚ ਲਿਖਿਆ ਜਾਏਗਾ ਕਿ ਇਹਨਾਂ ਨੇ ਬਾਬੇ ਦੀ ਸੇਵਾ ਕੀਤੀ, ਮੱਥਾ ਟੇਕਿਆ, ਨਹੀਂ ਤਾਂ ਫਿਰ ਖਾਤਾ ਉੱਥੇ ਯਮਰਾਜ ਦੇ ਅੱਗੇ ਤੇ ਖਾਲੀ ਮਿਲੇਗਾ। ਹਾਂਜੀ, ਇਹ ਤਾਂ ਤੁਸੀਂ ਬਿਲਕੁਲ ਸਹੀ ਕਿਹਾ ਜੀ। ਹਾਂ। ਤੇ ਮੈਨੂੰ ਹੁਣ ਇਹ ਦੱਸੋ ਕਿ ਇੱਥੋਂ ਦੀ ਸੰਗਤ ਤਾਂ ਚਲੋ ਮਤਲਬ ਜਿੰਨੇ ਪਰਿਵਾਰ ਨੇ ਘੱਟ ਆਉਂਦੇ ਨੇ, ਤੇ ਬਾਹਰੋਂ ਕਿੰਨੀ ਕੁ ਸੰਗਤ ਆਉਂਦੀ ਹੈ ਇੱਥੇ? ਸਾਰੇ ਬਾਹਰ, ਇੱਕ ਗੁਰਦੁਆਰਾ ਸਾਹਿਬ ਚੱਲਦਾ ਪਿਆ ਬਾਹਰ ਦੀ ਸੰਗਤ ਦੇ ਕਰਕੇ। ਅੱਛਾ ਜੀ। ਜਿਹੜਾ ਵੀ ਆਂਦਾ ਟੂਰਿਸਟ ਬਾਹਰਲਾ, ਚਾਹੇ ਮੁਸਲਮਾਨ ਹੋਵੇ, ਚਾਹੇ ਹਿੰਦੂ ਹੋਵੇ, ਚਾਹੇ ਕਿਸੇ ਵੀ ਧਰਮ ਦਾ ਹੋਵੇ, ਉਹ ਜ਼ਰੂਰ ਮੱਥਾ ਟੇਕਣ ਆਉਂਦਾ ਹੈ ਤੇ ਉਹ ਰਹਿਣ ਦਾ ਵੀ ਹੈ, ਨਾਲੇ ਸਾਡੀ ਸੇਵਾ ਵੀ ਹੋ ਜਾਂਦੀ ਹੈ, ਨਾਲੇ ਗੁਰਦੁਆਰੇ ਸਾਹਿਬ ਨੂੰ ਵੀ ਸੇਵਾ ਕਰ ਦੇ ਕੇ ਜਾਂਦੇ ਨੇ। ਤੇ ਇਸੇ ਕਰਕੇ ਬਾਹਰ ਦੇ ਬੰਦੇ ਕਰਕੇ ਚੱਲ ਰਿਹਾ। ਇੱਥੇ ਜਿਹੜੇ ਕਮਰੇ 'ਚ ਪੰਖੇ ਲੱਗੇ ਹੋਏ ਨੇ ਜਾਂ ਹੋਰ ਬਿਜਲੀ ਸਾਰੀ ਲੱਗੀ ਹੋਈ ਹੈ ਸੇਵਾ, ਤੇ ਉਹ ਸਾਰੇ ਇਹ ਮੈਟਾ ਤੱਕ ਦੀ ਸੇਵਾ ਵੀ ਬਾਹਰ ਦੇ ਬੰਦੇ ਨੇ ਕੀਤੀ ਹੈ। ਹੁਣ ਹੀ ਪੇਂਟ ਹੋਇਆ ਜਿਹੜਾ, ਇਹ ਵੀ ਬਾਹਰ ਦੇ ਬੰਦਿਆਂ ਨੇ 1 ਲੱਖ ਰੁਪਏ ਇੱਕ ਬੰਦੇ ਨੇ ਭੇਜਿਆ। ਇੰਨੇ ਬਾਹਰ ਦੇ ਬੰਦੇ ਆ ਕੇ ਇੱਥੇ ਸੇਵਾ ਭੇਜਦੇ ਨੇ, ਸੇਵਾ ਕਰਦੇ ਵੀ ਨਾ ਕੇ ਨਾਲ। ਲੇਕਿਨ ਇੱਧਰ ਦੀ ਸੰਗਤ ਦਾ ਸਾਨੂੰ ਬੜਾ ਅਫਸੋਸ ਹੁੰਦਾ ਹੈ ਕਿ ਮਹਾਰਾਜ ਦੀ ਬੇਅਦਬੀ ਹੁੰਦੀ ਪਈ ਹੈ ਕਿ ਕੋਈ ਮੱਥਾ ਟੇਕਣ ਨਹੀਂ ਆ ਰਿਹਾ ਇੱਧਰ ਦਾ ਸਾਡੀ ਸੰਗਤ ਵਿੱਚ। ਹਾਂਜੀ, ਮੈਂ ਕੱਲ ਵੀ ਦੇਖਿਆ ਸੀ ਜਦੋਂ ਤੁਸੀਂ ਪਾਠ ਕਰ ਰਹੇ ਸੀ ਤੇ ਤੁਸੀਂ ਇਕੱਲੇ ਹੀ ਸੀਗੇ ਇੱਥੇ, ਸ਼ਾਮ ਨੂੰ ਕੋਈ ਨਹੀਂ ਆਇਆ, ਤੇ ਅੱਜ ਸਵੇਰੇ ਵੀ ਮੇਰੇ ਖਿਆਲ 'ਚ 1-2 ਜੋ ਇੱਥੇ ਟੂਰਿਸਟ ਆਏ ਹੋਏ ਸੀ ਉਹੀ ਸੀਗੇ, ਤੇ ਹੋਰ ਕੋਈ ਲੋਕਲ ਸੀਗਾ ਹੀ ਨਹੀਂ ਇੱਥੇ। ਨਾ, ਇਹ ਆਂਦੇ ਹੀ ਨਹੀਂ ਹਨ। 20 ਸਾਲ ਤੋਂ ਇਸ ਤਰ੍ਹਾਂ ਹੀ, ਹੁਣ ਤਾਂ ਲੁੱਗਾ ਹੋਈ ਜਾ ਰਿਹਾ ਕਿਉਂਕਿ ਕਲਯੁਗ ਆਪਣਾ ਪ੍ਰਭਾਵ ਦਿਖਾਣਾ ਸ਼ੁਰੂ ਕਰਤਾ। ਜਿਵੇਂ ਦੂਜੇ ਗੁਰਦੁਆਰਾ ਸਾਹਿਬ ਨੇ, ਜਿਵੇਂ ਮੈਂ ਰਿਸ਼ੀਕੇਸ਼ ਸੀਗਾ ਤੇ ਪੌਂਟਾ ਸਾਹਿਬ ਸੀਗਾ, ਉੱਥੇ ਸੰਗਤ ਬਹੁਤ ਜ਼ਿਆਦਾ ਹੁੰਦੀ ਹੈ, ਪਰ ਇੱਥੇ ਸੰਗਤ ਮਤਲਬ ਨਾ ਮਾਤਰ ਹੀ ਹੈ। ਜਿਵੇਂ ਕਦੇ ਕੋਈ ਆ ਗਿਆ ਮੇਰੇ ਵਰਗਾ, ਮੈਨੂੰ ਵੀ ਪਤਾ ਚੱਲਿਆ ਸੀ ਰਿਸ਼ੀਕੇਸ਼ ਆ ਕੇ, ਕਿਉਂਕਿ ਗੁਰਦੁਆਰਾ ਸਾਹਿਬ ਦੇ ਬਾਰੇ 'ਚ ਮੈਨੂੰ ਪਤਾ ਹੀ ਨਹੀਂ ਸੀਗਾ ਕਿ ਇੱਥੇ ਕੋਈ ਗੁਰਦੁਆਰਾ ਸਾਹਿਬ ਹੈ। ਇੰਨੀ ਸੋਹਣੀ ਲੋਕੇਸ਼ਨ ਤੇ ਪਹਾੜੀ ਤੇ ਬਣਿਆ ਹੋਇਆ ਗੁਰਦੁਆਰਾ ਸਾਹਿਬ। ਮੇਰਾ ਦਿਲ ਖੁਸ਼ ਹੋ ਗਿਆ ਜਦੋਂ ਮੈਂ ਇੱਥੇ ਪਹੁੰਚਿਆ, ਤੇ ਫਿਰ ਬਾਬਾ ਜੀ ਤੁਹਾਨੂੰ ਮਿਲਿਆ ਇੱਥੇ ਆ ਕੇ, ਤੇ ਤੁਸੀਂ ਮੈਨੂੰ ਇੱਥੇ ਰੂਮ ਦਿੱਤਾ ਤੇ ਮੈਂ ਤੁਹਾਨੂੰ ਦੇਖਿਆ ਇੱਥੇ ਪਾਠ ਕਰਦਿਆਂ ਨੂੰ ਬੜੀ ਸ਼ਿੱਦਤ ਨਾਲ, ਹੈ ਨਾ। ਤੇ ਦੱਸੋ ਮਤਲਬ ਤੁਸੀਂ ਗੱਲ ਨਹੀਂ ਕੀਤੀ ਹੈ ਜਿਵੇਂ ਹੇਮਕੁੰਟ ਸਾਹਿਬ ਟਰਸਟ ਨਾਲ ਜਾਂ ਪੌਂਟਾ ਸਾਹਿਬ ਟਰਸਟ ਨਾਲ ਜਾਂ SGPC ਨਾਲ, ਕਿ ਮਤਲਬ ਉਸ ਤਰੀਕੇ ਦੀ ਸੰਗਤ ਇੱਥੇ ਵੀ ਆਵੇ? ਇੱਥੇ ਸਭ ਤੋਂ ਵੱਡੀ ਗੱਲ ਹੈ ਕਿ ਕੋਈ ਜਦੋਂ ਮੱਥਾ ਟੇਕਣ ਨਹੀਂ ਆ ਰਿਹਾ, ਅੱਗੇ ਉਹ ਯਾਤਰੀ ਨੂੰ ਕਿਸ ਤਰ੍ਹਾਂ ਕੋਆਪਰੇਟ ਕਰਨਗੇ, ਉਹ ਯਾਤਰੀ ਦਾ ਸਹਿਯੋਗ ਕਿਸ ਤਰ੍ਹਾਂ ਕਰਨਗੇ? ਕਿਉਂਕਿ ਜਦ ਤੱਕ ਉਹ ਹੇਮਕੁੰਟ ਸਾਹਿਬ ਵਾਲੇ ਉਹਨਾਂ ਨੇ ਕਿਹਾ ਕਿ ਅਸੀਂ ਇੱਧਰ ਕਰਨੇ ਵੀ ਹਾਂ ਤੇ ਅਸੀਂ 10 ਵਜੇ ਰਾਤੀ ਬੱਸ ਆਏਗੀ, ਤੁਸੀਂ ਅੱਗੇ ਉਹਨੂੰ ਸੰਭਾਲ ਲੋਗੇ, तो ਤੁਹਾਡਾ ਲੰਗਰ ਦਾ ਇੰਤਜ਼ਾਮ ਹੋਣਾ ਉਹਨਾਂ ਕੋਲ। ਅੱਛਾ, ਉਹਨਾਂ ਗੁਰਦੁਆਰਾ ਸਾਹਿਬ ਵਾਲਿਆਂ ਨੇ ਕਿਹਾ? ਹਾਂ, ਉਹਨਾਂ ਨੇ ਪੁੱਛਿਆ ਇਹਨਾਂ ਕੋਲੋਂ ਤੇ ਇਹਨਾਂ ਨੇ ਕਿਹਾ ਸਾਡੇ ਕੋਲ ਇਹ ਜੀ ਵਿਵਸਥਾ ਹੈ ਨਹੀਂ ਕਿ 10:30 ਵਜੇ ਰਾਤੀ ਬੰਦੇ ਆ ਕੇ ਉਹਨਾਂ ਨੂੰ ਦੇਖ ਸਕਣ। ਅੱਛਾ, ਮਤਲਬ ਕਿ ਜੋ ਇੱਥੋਂ ਦੀ ਮੈਨੇਜਮੈਂਟ ਕਮੇਟੀ ਹੈ, ਇੱਥੋਂ ਦੇ ਪਰਿਵਾਰ ਨੇ, ਉਹ ਇਨੀਸ਼ੀਏਟਿਵ ਨਹੀਂ ਲੈਂਦੇ ਹੈ ਕਿ ਕੋਈ ਮਤਲਬ ਸੰਗਤ ਚਾਹੇ 2 ਬੱਸਾਂ ਜਾਣ 11 ਵਜੇ ਰਾਤੀ ਆ ਜਾਣ। ਹਾਂਜੀ, ਅਸੀਂ ਹੁਣ ਦੇਖੋ ਅਸੀਂ ਵੀ ਆ, ਅਸੀਂ ਇੰਨੀ ਸੇਵਾ ਕਰ ਰਹੇ ਹਾਂ ਲੇਕਿਨ ਸਾਡੀ ਵੀ ਬੱਸ ਹੋ ਗਈ ਹੈ ਕਿਉਂਕਿ ਇਕੱਲਾ ਬੰਦਾ ਵੀ ਨਹੀਂ ਸੰਭਾਲ ਸਕਦਾ ਇਹਨੂੰ। ਤੇ ਉਹ ਜਿਹੜੇ ਬੰਦੇ ਆਣਗੇ ਉਹਨਾਂ ਵਾਸਤੇ ਅੱਗੇ
ਸੇਵਾਦਾਰ ਵੀ ਚਾਹੀਦੇ ਨੇ ਉਹਨਾਂ ਦਾ ਵੈਲਕਮ ਕਰਨ ਲਈ ਕਿ ਚਲੋ ਆਓ ਵੀਰ ਜੀ ਪਾਣੀ ਲਓ ਚਾਹ ਲਓ, ਲੇਕਿਨ ਜਦੋਂ ਕੋਈ ਹੋਏਗਾ ਨਹੀਂ ਤਾਂ ਉਹਨਾਂ ਨੂੰ ਬੜੀ ਨਿਰਾਸ਼ਾ ਹੋਏਗੀ। ਤੇ ਇਹ ਗੁਰਦੁਆਰਾ ਸਾਹਿਬ ਮਤਲਬ ਸਰਕਾਰ ਦੇ ਅੰਡਰ ਹੈ? ਨਹੀਂ, ਹਾਂਜੀ, ਇਸ ਇੱਧਰ ਦੀ ਬਰਾਦਰੀ ਦੇ ਅੰਡਰ 'ਚ ਇਹਨਾਂ ਦੀ ਬਰਾਦਰੀ ਦੇ ਅੰਡਰ ਹੈ। ਹਾਂ, ਤੇ ਇਹ ਪੁਨਰਵਾਸ ਵਿੱਚ ਇਹ ਉਥੋਂ ਡੁੱਬਿਆ ਜਿਹੜਾ ਗੁਰਦੁਆਰਾ ਸਾਹਿਬ ਉਸ ਦੇ ਬਦਲੇ ਬਣਿਆ, ਤੇ ਇਹ ਸਭ ਤੋਂ ਪਹਿਲੇ ਇੱਧਰ ਦੀ ਬਰਾਦਰੀ ਨੂੰ ਦਿੱਤਾ ਗਿਆ ਹੈ। ਤੇ ਹੋਰ ਮਤਲਬ ਜਿਵੇਂ ਹੋ ਗਿਆ ਕਿ ਸੰਗਤ ਨੂੰ ਠਹਿਰਾਉਣ ਲਈ ਪੂਰਾ ਮੈਨੇਜ ਕਰਨ ਲਈ ਇੱਥੇ ਅਤੇ ਫੰਡ ਵਗੈਰਾ ਜਾਂ ਕੋਈ ਬਾਹਰ ਦੀ ਆਰਗੇਨਾਈਜੇਸ਼ਨ ਕੋਈ ਹੈਲਪ ਕਰ ਰਹੀ ਹੈ? ਨਹੀਂ, ਇਸ ਵੇਲੇ ਜਿਹੜਾ ਬਸ ਉਹ ਜਿਹੜਾ ਗੁੱਲਕ ਵਿੱਚ ਪੈ ਗਿਆ ਜਾਂ ਜਿਹੜਾ ਰਸੀਦ ਕਟਾ ਗਿਆ ਉਹੀ ਹੈਲਪ ਹੁੰਦੀ ਹੈ, ਬਾਕੀ ਨਾ ਤਾਂ ਬਾਹਰੋਂ ਕੋਈ ਉਸ ਤਰ੍ਹਾਂ ਨਹੀਂ ਆ ਰਿਹਾ ਜ਼ਿਆਦਾ। ਅੱਛਾ, ਤੇ ਮੈਨੂੰ ਇਹ ਦੱਸੋ ਜੇਕਰ ਸੰਗਤ ਨੇ ਆਉਣਾ ਹੋਵੇ ਤੇ ਕਿੰਨੇ ਲੋਕਾਂ ਦਾ ਪ੍ਰਬੰਧ ਹੈ ਇੱਥੇ? ਸੰਗਤ ਤੇ ਦੇਖੋ 50 ਤੱਕ ਵੀ ਆ ਜਾਏ, 100 ਤੱਕ ਵੀ ਆ ਜਾਏ, ਉਸ ਦਾ ਮੈਨੇਜਮੈਂਟ ਕਰ ਲੈਣੇ ਅਸੀਂ। ਅੱਛਾ, ਮੈਂ ਦੇਖਿਆ ਬਾਬਾ ਜੀ ਤੁਸੀਂ ਇੱਥੇ ਕਰਦੇ ਹੋ ਤੇ ਰਾਤ ਲੰਗਰ ਵੀ ਤੁਸੀਂ ਮੈਨੂੰ ਛਕਾਇਆ, ਤੁਸੀਂ ਖੁਦ ਲਈ ਬਣਾਇਆ ਸੀਗਾ। ਤੇ 2-3 ਟੂਰਿਸਟ ਹੋਰ ਆ ਰੱਖੇ ਸੀ, ਉਹਨਾਂ ਲਈ ਵੀ ਤੁਸੀਂ ਲੰਗਰ ਤਿਆਰ ਕੀਤਾ ਸੀ, ਹੈ ਨਾ? ਤੇ ਜੇ ਜ਼ਿਆਦਾ ਆ ਜਾਣ ਇੱਥੇ ਟੂਰਿਸਟ, ਕਿਉਂਕਿ ਲੋਕਾਂ ਨੂੰ ਹੁਣ ਪਤਾ ਚੱਲ ਰਿਹਾ, ਮੈਂ ਗੂਗਲ ਮੈਪ ਤੇ ਦੇਖਿਆ ਸੀ, ਗੂਗਲ ਤੇ ਲੱਭਦਾ ਮੈਂ ਗੁਰਦੁਆਰਾ ਸਾਹਿਬ ਦੇ ਬਿਲਕੁਲ ਬਾਹਰ ਆ ਕੇ ਪਹੁੰਚ ਗਿਆ ਸੀਗਾ, ਹੈ ਨਾ? ਹੁਣ ਪਤਾ ਚੱਲ ਰਿਹਾ ਹੈ ਗੁਰਦੁਆਰਾ ਸਾਹਿਬ ਦੇ ਬਾਰੇ 'ਚ, ਤੇ ਫਿਰ ਉਹ ਕਿਵੇਂ ਮੈਨੇਜ ਹੋਏਗਾ? ਕਿਉਂਕਿ ਜਿਹੜੀ ਹੇਮਕੁੰਟ ਸਾਹਿਬ ਕਮੇਟੀ ਹੈ ਉਹ ਵੀ ਹੱਥ ਖਿੱਚ ਰਹੇ ਨੇ ਪਿੱਛੇ, ਔਰ ਦੂਜੀਆਂ ਕਮੇਟੀਜ਼ ਵੀ ਹੱਥ ਖਿੱਚ ਰਹੀਆਂ ਨੇ, ਹੈ ਨਾ? ਤੇ ਫਿਰ ਉਹ ਕਿਵੇਂ ਚੱਲੇਗਾ? ਉਹ ਇਸ ਤਰ੍ਹਾਂ ਚੱਲੇਗਾ, ਜਿਹੜੀ ਸੰਗਤ ਆਏਗੀ ਉਹ ਚਲਾਏਗੀ। ਹਾਂਜੀ, ਉਹ ਆਪਣਾ ਆਪ ਹੀ, ਕਿਉਂਕਿ ਤਲੇ ਸੰਗਤ ਲੰਗਰ ਆਪਣਾ ਆਪ ਹੀ ਬਣਾਉਂਦੀ ਹੈ, ਆਪਣੇ ਆਪ ਹੀ ਰਾਸ਼ਨ ਲਿਆਂਦੀ ਹੈ, ਆਪਣਾ ਵੀ ਸੇਵਾ ਦੇ, ਕਿਉਂਕਿ ਉਹਨਾਂ ਨੇ ਜਿਹੜਾ ਹੋਟਲ ਦੇਣਾ ਹੈ ਉਹ ਇੱਧਰ ਪਾਣਗੇ ਸੇਵਾ, ਤੇ ਉਹ ਸਾਡੀ ਸੰਗਤ ਜਿਹੜੀ ਹੈ ਉਹ ਸੇਵਾ ਕਰਨ 'ਚ ਬਹੁਤ ਤੇਜ਼, ਆਪਣਾ ਆਪ ਹੀ ਲੰਗਰ ਬਣਾਏਗੀ, ਸੇਵਾ ਵੀ ਕਰੇਗੀ, ਨਾਲੇ ਪੋਚੇ ਝਾੜੂ ਵੀ ਲਾਏਗੀ ਤੇ ਬਿਸਤਰੇ ਵੀ ਸਾਫ਼ ਕਰੇਗੀ। ਮੈਨੇਜਮੈਂਟ ਸਾਰਾ ਹੋਣਾ, ਸੰਗਤ ਦੀ ਕਿਲੋ ਇੱਥੇ ਕਮੀ ਹੈ, ਬਾਕੀ ਅਸੀਂ ਉਹਨਾਂ ਨੇ ਨਾਲ ਕਿਉਂਕਿ ਸਾਨੂੰ ਸਾਰਾ ਪਤਾ ਹੈ ਕਿ ਕਿਸ ਤਰ੍ਹਾਂ ਅਸੀਂ ਬਿਸਤਰੇ ਧੁੱਪ ਲਵਾਉਣੇ, ਕਿਸ ਤਰ੍ਹਾਂ ਸਫਾਈਆਂ ਕਰਨੀਆਂ। ਹਾਂਜੀ, ਤੇ ਤੁਹਾਡੇ ਪਰਿਵਾਰ ਦਾ ਗੁਜ਼ਾਰਾ ਚੱਲ ਜਾਂਦਾ ਜੀ? ਔਖਾ ਵੇਲਾ ਥੋੜ੍ਹਾ ਜਿਹਾ 5-6 ਹਜ਼ਾਰ ਗੁਜ਼ਾਰਾ ਨਹੀਂ ਹੁੰਦਾ ਵੀਰ ਜੀ, ਇੰਨੀ ਮਹਿੰਗਾਈ ਹੋ ਗਈ ਹੈ, ਫਿਰ ਵੀ ਬਾਬਾ ਜੀ ਦੀ ਸੇਵਾ ਕਰ ਰਹੇ ਹਾਂ, ਪੂਰਾ ਕਰ ਹੀ ਦਿੰਦਾ, ਕਿਧਰੋਂ ਨਾ ਕਿਧਰੋਂ ਕਿਸੇ ਨੂੰ ਭੇਜੀ ਜਰੀਆ ਬਣਾ ਕੇ ਭੇਜੀ ਦਿੰਦਾ। ਤੇ ਅਸੀਂ ਇਹੀ ਕਹਿੰਦੇ ਹਾਂ ਹੁਣ ਆਉਣ ਵਾਲੀ ਜਿਹੜੇ ਵੀ ਬੰਦੇ ਸਾਨੂੰ ਸੁਣਦੇ ਪਏ ਸੰਗਤ, ਕਿ ਤੁਸੀਂ ਆਓ ਗੁਰਦੁਆਰਾ ਸਾਹਿਬ ਵਿੱਚ ਦਰਸ਼ਨ ਕਰੋ ਮਹਾਰਾਜ ਜੀ ਦੇ, ਤੇ ਇੱਥੇ ਦੀ ਸੇਵਾ ਸੰਭਾਲੋ ਆਪ, ਕਿਉਂਕਿ ਇੱਧਰ ਦੀ ਬਰਾਦਰੀ ਪਿੱਛੇ ਹਟ ਗਈ ਹੈ, ਇਹਨਾਂ ਦੇ ਖਾਤੇ ਸੇਵਾ ਬਿਲਕੁਲ ਲਿਖੀ ਹੈ। ਤੁਸੀਂ ਆਓ, ਨਾਲੇ ਤੁਸੀਂ ਆਓਗੇ ਤੇ ਅਸੀਂ ਤੁਹਾਡੇ ਨਾਲ ਸੇਵਾ ਕਰਾਂਗੇ, ਤੇ ਤੁਹਾਡੇ ਵੀ ਭਾਗ ਖੁੱਲਣਗੇ, ਸਾਡੇ ਭਾਗ ਖੁੱਲਣਗੇ। ਇਸ ਜਿਹੜੀ ਇੰਨੀ ਸੋਹਣੀ ਰਾਜ ਮਹਿਲ ਬਣਿਆ ਬਿਲਡਿੰਗ, ਇਹਦੇ ਭਾਗ 4 ਚਾਂਦ ਲੱਗਣਗੇ ਇਹਨੂੰ, ਤੇ ਇਹ ਸਾਰੀ ਦੁਨੀਆ 'ਚ ਆਈ ਮੈਸੇਜ ਆਏਗਾ ਕਿ ਗੁਰੂ ਘਰ ਸਾਂਝਾ ਹੈ, ਸਾਰੇ ਇੱਥੇ ਆ ਸਕਦੇ ਨੇ। ਇਹ ਨਹੀਂ ਕਿ ਸਾਡੀ ਬਰਾਦਰੀ ਦਾ ਹੀ ਇੱਥੇ ਕੋਈ ਵੀ ਆਏ ਰਹੇ, ਸਾਡੇ ਨਾਲ ਕੀਰਤਨ ਕਰੇ, 2-3 ਦਿਨ ਦੀਵਾਨ ਲਾਏ, ਤੇ ਆਪਣੇ ਆਪ ਹੀ ਇਹ ਚੜ੍ਹਦੀ ਕਲਾ 'ਚ ਫਿਰ ਜਦੋਂ ਇਹ ਜਿਹੜੇ ਸਾਡੇ ਗੁਰਸਿੱਖ ਨੇ ਜਿਹੜੇ ਇਕੱਲੇ ਇਸ ਨੂੰ ਸੰਭਾਲ ਸਕਦੇ ਨੇ। ਹਾਂਜੀ, ਤੇ ਮੈਂ ਇਹ ਵੀ ਪੁੱਛਣਾ ਚਾਹੁੰਦਾ ਵੀ ਇੱਥੇ ਜਦੋਂ ਕੋਈ ਵੀ ਗੁਰਦੁਆਰਾ ਸਾਹਿਬ ਦਾ ਫੰਕਸ਼ਨ ਹੁੰਦਾ ਹੈ ਨਾ, ਪ੍ਰਕਾਸ਼ ਦਿਵਸ ਹੁੰਦਾ, ਸੰਗਰਾਂਦ ਹੁੰਦੀ ਹੈ, ਤੇ ਇੱਥੇ ਹਰ ਫੰਕਸ਼ਨ ਇੱਧਰ ਖਾਲੀ ਵਿਸਾਖੀ, ਗੁਰੂ ਗੋਬਿੰਦ ਸਿੰਘ ਮਹਾਰਾਜ ਜਨਮ ਦਿਨ ਤੇ ਸ਼ਹੀਦੀ ਦਿਵਸ, ਇਹ 3-4 ਤਿਉਹਾਰ ਵਾਰ ਮਨਾਏ ਜਾਂਦੇ ਨੇ, ਕਿਉਂਕਿ ਉਸ ਵੇਲੇ ਸੰਗਤ ਵੀ ਇਕੱਠਾ ਕਰਨਾ ਥੋੜ੍ਹਾ ਜਿਹਾ ਔਖਾ ਹੀ ਹੁੰਦਾ ਹੈ, ਲੇਕਿਨ ਲੰਗਰ ਦੇ ਬਹਾਨੇ ਲੋਕ ਆ ਜਾਂਦੇ ਨੇ। ਚਲੋ ਬਾਈ ਉਧਰ ਲੰਗਰ ਬਣਿਆ, ਤੇ ਲੰਗਰ ਦੇ ਕਰਕੇ ਬੰਦਾ ਆ ਜਾਂਦਾ ਹੈ। ਹਾਂਜੀ, ਹਾਂ, ਜੇ ਲੰਗਰ ਹੋਏਗਾ ਤੇ ਸਾਰੇ ਆ ਜਾਣਗੇ, ਬਸ ਆਈ ਹੈ ਥੋੜ੍ਹਾ ਜਿਹਾ, ਤੇ ਲੋਕਾਂ ਨੂੰ ਥੋੜ੍ਹਾ ਸ਼ੌਂਕ ਵੀ ਚੜ੍ਹਦਾ ਹੈ ਕਿ ਚਲੋ ਯਾਰ ਇਸ ਦਿਨ ਚੱਲਨੇ ਅਸੀਂ ਗੁਰਦੁਆਰੇ ਜਾ ਕੇ, ਤੇ ਥੋੜ੍ਹਾ ਫਿਰ ਉਸ ਦਿਨ ਥੋੜ੍ਹੀ ਜਿਹੀ ਰੌਣਕ ਹੋ ਜਾਂਦਾ, 400-500 ਬੰਦਾ ਆ ਜਾਂਦਾ ਹੈ। ਅੱਛਾ ਜੀ, ਉਸ ਦਿਨ ਵਧੀਆ ਰੌਣਕ ਹੋ ਜਾਂਦੀ। ਪਰ ਆਈ ਥੋੜ੍ਹਾ ਸੁੱਖ ਤੁਹਾਨੂੰ ਦੁੱਖ ਹੈ ਕਿ ਉਸ ਵੇਲੇ ਵੀ ਕੋਈ ਸੇਵਾ ਕਰਨ ਲਈ ਨਹੀਂ ਆਉਂਦਾ, ਕਿ ਅਸੀਂ ਝਾੜੂ ਪੋਚਾ ਕਰ ਲਈਏ, ਕੱਪੜੇ ਧੋਣੇ ਨੇ ਮਹਾਰਾਜ ਜੀ ਦੇ, ਕੰਬਲ ਧੋਣੇ ਨੇ, ਕੋਈ ਨਹੀਂ ਇਸ ਸੇਵਾ ਵਿੱਚ ਆਉਂਦਾ। ਅੱਛਾ ਜੀ, ਇਹ ਤੇ ਮਤਲਬ ਗਲਤ ਗੱਲ ਹੈ, ਮਤਲਬ ਕੋਈ ਆ ਨਹੀਂ ਰਿਹਾ, ਸੇਵਾ ਨਹੀਂ ਕਰ ਰਿਹਾ, ਤੁਸੀਂ ਇਕੱਲੇ ਇੱਥੇ ਸੇਵਾ ਕਰਦੇ ਹੋ। ਬਾਬਾ ਜੀ, ਮੈਨੂੰ ਨਾ ਤੁਸੀਂ ਦੇਖਿਆ ਹੋਣਾ ਕਿ ਤੁਹਾਡੇ ਜੋ ਪਿਤਾ ਜੀ ਸੀਗੇ ਉਦੋਂ ਪਾਠ ਕਰਦੇ ਸੀਗੇ ਗੁਰਦੁਆਰਾ ਸਾਹਿਬ 'ਚ, ਤੇ ਉਸ ਤੋਂ ਬਾਅਦ ਤੁਸੀਂ ਕਰਦੇ ਸੀਗੇ, ਹੈ ਨਾ? ਕੋਈ ਪੁਰਾਣੀ ਗੱਲ ਦੱਸੋ। ਪ੍ਰਾਂਟੀ ਸੀ ਜਿਹੜਾ, ਉਹ ਉੱਥੇ ਪੁੱਲ ਹੁੰਦਾ ਸੀ ਇੱਕ। ਅੱਛਾ ਜੀ। ਤੇ ਉਸ ਦੇ ਨਾਲ ਇੱਕ ਕੱਚਾ ਪੁੱਲ ਹੁੰਦਾ ਸੀ ਜਾਣ ਦਾ, ਹਾਂਜੀ, ਆਉਣ ਜਾਣ ਦਾ। ਉਹ ਜਿਹੜੇ ਸੁੰਦਰ ਸਿੰਘ ਬੈਂਡ ਮਾਸਟਰ ਜਿਨ੍ਹਾਂ ਨੇ ਗੁਰਦੁਆਰਾ ਸਾਹਿਬ ਬਣਾਇਆ ਸੀ, ਉਸ ਦੇ ਨਾਲ ਵੀ ਉਹ ਕੱਚਾ ਪੁੱਲ ਵੀ ਉਹਨਾਂ ਨੇ ਹੀ ਬਣਾਇਆ ਸੀ। ਅੱਛਾ ਜੀ। ਹਾਂ, ਉਹਨਾਂ ਸਾਡੇ ਜਿਹੜੇ ਉੱਥੇ ਆਉਂਦੇ ਨੇ ਪਿੰਡ ਦੇ ਬੰਦੇ, ਉਹ ਕਹਿੰਦੇ ਆਪਕੇ ਪੜਨਾਨਾ ਜੀ ਨੇ ਉਹ ਕੱਚਾ ਪੁੱਲ ਵੀ ਬਣਾਇਆ था। ਉਹ ਆਉਣ ਜਾਣ ਸੇ ਨਦੀ ਦੇ ਉੱਤੇ ਕੱਚਾ ਪੁੱਲ ਵੀ ਬਣਿਆ ਹੋਇਆ ਸੀ। ਇੱਕ ਤੇ ਬੱਸਾਂ ਦਾ ਸੀ, ਇੱਕ ਪੈਦਲ ਬਣਿਆ ਸੀ, ਤੇ ਉਹ ਬੜਾ ਪੁਰਾਣਾ ਪੁੱਲ ਸੀ। ਹਾਂਜੀ। ਤੇ ਉੱਥੇ ਜਦੋਂ ਤੁਸੀਂ ਦੇਖਿਆ ਗੁਰਦੁਆਰੇ ਸਾਹਿਬ 'ਚ, ਜਦੋਂ ਕਿਉਂਕਿ ਫੈਮਿਲੀਜ਼ ਵੀ ਬਹੁਤ ਜ਼ਿਆਦਾ ਸੀਗੀਆਂ, ਤੇ
ਰੌਣਕ ਲੱਗਦੀ ਹੋਏਗੀ ਗੁਰਦੁਆਰਾ ਬਹੁਤ ਸਾਹਿਬ ਰੌਣਕ 'ਚ ਸੀ, ਮਤਲਬ? ਬਹੁਤ ਸੀ, ਬਹੁਤ ਕਿਉਂਕਿ ਮੇਰੀ ਦੁਕਾਨ ਵੀ ਸੀ, ਮੈਂ ਬਿਜ਼ਨਸਮੈਨ ਸੀ ਆਪਣੇ ਆਪ ਹੀ, ਹੋਲਸੇਲ ਦਾ ਮੇਰਾ ਕੰਮ ਸੀ ਤੇ ਮੇਰਾ ਮਤਲਬ ਦੋਨੋਂ ਕੰਮ ਕਰ ਸੇਵਾ ਵੀ ਕਰਦਾ ਸੀ ਬਾਬਾ ਜੀ ਦੀ ਤੇ ਨਾਲੇ ਆਪਣੇ ਦੁਕਾਨ ਵੀ ਹੁੰਦੇ ਸੀ ਤੇ ਸਾਡਾ ਗੁਜ਼ਾਰਾ ਉੱਥੇ ਬਹੁਤ ਵਧੀਆ ਚੱਲਦਾ ਸੀ। ਨਾਲੇ ਫਿਰ ਸਾਡਾ ਮੇਰਾ ਵਿਆਹ ਵੀ ਨਹੀਂ ਹੋਇਆ ਸੀ ਉਸ ਵੇਲੇ ਤੇ ਇਸ ਕਰਕੇ ਮੈਨੂੰ ਕੋਈ ਚਿੰਤਾ ਫਿਕਰ ਨਹੀਂ ਸੀ। ਹੁਣ ਇੱਧਰ ਬੱਚੇ ਹੋ ਗਏ, ਇੰਨੀ ਵੱਡੀ ਸੇਵਾ ਹੋ ਗਈ ਤੇ ਬੰਦੇ ਨੂੰ ਅਸੀਂ 2 ਵਜੇ 3 ਵਜੇ ਉੱਠਨੇ ਆ ਫਿਰ ਜਾ ਕੇ ਸੇਵਾ ਪੂਰੀ ਹੁੰਦੀ ਹੈ। ਹਾਂਜੀ, ਤੇ ਬਿਜ਼ਨਸ ਕੀ ਸੀਗਾ ਜੀ ਤੁਹਾਡਾ? ਬਿਜ਼ਨਸ ਸਾਡਾ ਹੋਲਸੇਲ ਕੈਸਟਾਂ ਦਾ ਸੀ। ਅੱਛਾ, ਕੈਸਟਾਂ ਦਾ, ਕਿਉਂਕਿ ਹਾਂਜੀ। ਕੈਸਟਾਂ ਦਾ ਤਾਂ ਹੁਣ ਕੰਮ ਬੰਦ ਹੁਣ ਵੀ ਤੇ ਹੋ ਬੰਦ, ਉਸ ਵੇਲੇ ਬੜਾ ਚੜ੍ਹਦੀ ਕਲਾ ਸੀ। ਤੇ ਬਾਬਾ ਜੀ ਮੈਂ ਦੇਖਿਆ ਤੁਸੀਂ ਪੰਜਾਬੀ ਬਹੁਤ ਸੋਹਣੀ ਬੋਲਦੇ ਹੋ ਕਿਉਂਕਿ ਇੱਥੇ ਨਿਊ ਟੇਰੀ 'ਚ ਆ ਕੇ ਤੁਹਾਡਾ ਜਨਮ ਵੀ ਇੱਥੇ ਹੀ ਹਾਂ, ਹੋਇਆ। ਜਨਮ ਵੀ ਇੱਥੇ ਹੋਇਆ ਤੇ ਅਸੀਂ ਮਹਾਰਾਜ ਸਰੂਪ ਪੜ੍ਹਨੇ ਰਹੇ, ਰੋਜ਼ ਨਿਤਨੇਮ ਕਰਨੇ। ਹਾਂਜੀ, ਪੜ੍ਹਦੇ ਵੀ ਹੋ। ਪੰਜਾਬ ਦਾ ਬੰਦਾ ਆਉਂਦਾ ਹੈ ਤੇ ਨਾਲ ਉਹਨਾਂ ਨਾਲ ਆਪਣੀ ਥੋੜਾ ਲੈਂਗੁਏਜ ਮਿਲ ਹੀ ਜਾਂਦੀ ਹੈ, ਉਹ ਥੋੜਾ ਸਿੱਖਣੇ ਅਸੀਂ ਵੀ ਉਹਨਾਂ ਕੋਲੋਂ ਸਿੱਖਿਆ ਜਿਹੜੇ ਬਾਹਰੋਂ ਬੰਦੇ ਆਉਂਦੇ ਨੇ, ਫਿਰ ਹੋਈ ਮਿਲ ਜੁਲ ਤਾਲਮੇਲ ਬਿਠਾਇਆ ਜਾਂਦਾ ਹੈ। ਤੇ ਇਹ ਤੁਸੀਂ ਪੰਜਾਬੀ, ਕਿਉਂਕਿ ਇੱਥੇ ਤਾਂ ਮੇਰੇ ਖਿਆਲ 'ਚ ਸਕੂਲਾਂ 'ਚ ਹੈ ਨਹੀਂ ਨਾ, ਤੇ ਕਿਵੇਂ ਸਿੱਖੀ ਤੁਸੀਂ ਸਿੱਖੀ ਪੰਜਾਬੀ? ਵਾ ਸਾਡਾ ਭਰਾ ਸੀ ਜਿਹੜਾ ਪਿਤਾਈ ਤੋਂ ਬਾਅਦ ਉਹ ਗ੍ਰੰਥੀ ਬਣਿਆ ਤੇ ਫਿਰ ਸਾਨੂੰ ਉਹ ਐਕਸਪਾਇਰ ਹੋ ਗਿਆ ਸੀ। ਫਿਰ ਮੈਨੂੰ ਬਰਾਦਰੀ ਨੇ ਆਖਿਆ ਬਾਬਾ ਜੀ ਤੁਸੀਂ ਬੈਠੋ ਹੁਣ ਤਾਬੇ 'ਚ। ਮੈਂ ਕਿਹਾ ਮੈਨੂੰ ਤਾਂ ਊੜਾ ਆੜਾ ਵੀ ਆਉਂਦਾ। ਉਹ ਕਹੇ ਤੁਸੀਂ ਬੈਠੋ ਸਹੀ, ਗੁਰਸਿੱਖੀ ਅੱਗੇ ਵਧਾਉਂਦੀ ਹੈ। ਮੈਂ ਊੜਾ ਆੜਾ ਮੈਨੂੰ ਦਿੱਤਾ ਲਿਖ ਕੇ ਉਹ ਮੈਂ ਪੜ੍ਹਦੇ ਕਿਉਂਕਿ 12ਵੀਂ ਪਾਸ ਸੀ ਮੈਂ, ਫਿਰ ਬੜੀ ਜਲਦੀ ਮੈਂ ਹਫ਼ਤੇ ਹੀ ਬਹਿ ਗਿਆ, ਤਾਬੇ ਹੀ ਬਹਿ ਗਿਆ ਸੀ ਆ ਕੇ। ਅੱਛਾ ਜੀ, ਤੁਸੀਂ ਤੇ ਮਤਲਬ ਪੰਜਾਬੀ ਸਿੱਖ ਲਈ ਸੀਗੀ? ਨਹੀਂ ਸਿੱਖੀ, ਬਸ ਧੀਰੇ ਊੜਾ ਆੜਾ ਸਿੱਖਦੇ ਰਹੇ। ਫਿਰ ਹਿੰਦੀ ਤੋਂ ਪਾਠ ਕੀਤਾ, ਹਿੰਦੀ ਤੋਂ ਦੇਖਦੇ ਰਹੇ ਕੀ ਹਿੰਦੀ ਲਿਖਿਆ ਕੀ ਪੰਜਾਬੀ ਲਿਖਿਆ। ਅੱਛਾ, ਪਹਿਲਾਂ ਹਿੰਦੀ ਦਾ ਗੁਟਕਾ ਸਾਹਿਬ ਪੜ੍ਹਿਆ ਹਾਂ, ਤੁਸੀਂ? ਪਹਿਲੇ ਹਿੰਦੀ ਪੜ੍ਹਿਆ, ਫਿਰ ਉਸ ਤੋਂ ਬਾਅਦ ਦੇਖਿਆ ਊੜਾ ਕਿਸ ਤਰ੍ਹਾਂ ਹੈ ਪੰਜਾਬੀ 'ਚ, ਹਿੰਦੀ 'ਚ ਕਿਸ ਤਰ੍ਹਾਂ ਹੈ, ਫਿਰ ਈੜੀ ਕਿਸ ਤਰ੍ਹਾਂ ਹੈ, ਇਸ ਤਰ੍ਹਾਂ ਕੱਕਾ ਕਿਸ ਤਰ੍ਹਾਂ ਹੈ, ਹਿੰਦੀ ਦਾ ਦੇਖਿਆ ਪਹਿਲੇ, ਫਿਰ ਪੰਜਾਬੀ ਦੇਖਿਆ। ਉਹ ਫਿਰ ਧੀਰੇ ਗੁਰਸਿੱਖੀ ਅੱਗੇ ਵਧਾਉਂਦੀ ਹੈ। ਹਾਂਜੀ, ਕਿਉਂਕਿ ਬੋਲਣੀ ਦਾ ਤੁਸੀਂ ਸ਼ਾਇਦ ਆਪਣੀ ਫੈਮਿਲੀ ਤੋਂ ਹੀ ਸਿੱਖ ਗਏ ਹਾਂ, ਹੋਣੇ। ਉਹ ਸਾਡੇ ਪਿਤਾ ਜੀ ਸਾਨੂੰ ਸਿਖਾ ਗਏ ਸਭ ਕੁਝ। ਹਾਂਜੀ, ਤੇ ਪੜ੍ਹਨਾ ਤੁਸੀਂ ਖੁਦ ਸਿੱਖ ਲਿਆ? ਹਾਂ ਜੀ, ਬਸ ਸੰਗਤ ਨਾਲ ਮਿਲਦੇ ਰਹੇ, ਗਿਆਨ ਲੈਂਦੇ ਰਹੇ, ਥੋੜਾ ਬਾਬਾ ਜੀ ਨੇ ਆਪਣੇ ਨਾਲ ਬਿਠਾ ਛੱਡਿਆ। ਅੱਜ ਬਸ ਉਹ ਚੜ੍ਹਦੀ ਕਲਾ, ਫਿਰ ਅੱਗੇ ਗੁਰਸਿੱਖੀ ਅੱਗੇ ਵਧਾਉਂਦੀ ਹੈ। ਕਦੀ ਬੰਦਾ ਨਹੀਂ ਹੁੰਦਾ, ਉਹ ਬਾਬਾ ਜਿਹੜਾ ਉਹ ਪੂਰੀ ਕਰਦਾ ਸੀ ਹਰ ਲੋੜ ਜਿਹੜੀ ਉਹਨੂੰ ਚਾਹੀਦਾ। ਉਹਨੂੰ ਪਤਾ ਮੇਰੇ ਬੰਦੇ ਨੂੰ ਕੀ ਲੋੜ ਹੈ, ਕਿਉਂਕਿ ਸੇਵਾ ਇਹ ਚੀਜ਼ ਮਿਲਣੀ ਨਹੀਂ ਤੇ ਇਹ ਸੇਵਾ ਪਿੱਛੇ ਸਭ ਮਾਇਆ ਆਪਣੇ ਆਪ ਆਉਂਦੀ ਹੈ। ਹਾਂਜੀ, ਹਾਂ, ਇਹ ਤਾਂ ਹੈਗਾ ਹੀ ਹੈ ਜੀ। ਹਾਂ। ਤੇ ਹੁਣ ਸੰਗਤ ਨੂੰ ਮਤਲਬ ਕੀ ਕਹਿਣਾ ਚਾਹੋਗੇ, ਕਿਉਂਕਿ ਲੋਕ ਇੱਥੇ ਆਉਂਦੇ ਨੇ? ਆਹੀ ਕਹਿੰਦੇ ਆ ਕਿ ਸੰਗਤ ਤੁਸੀਂ ਆਓ, ਤੁਸੀਂ ਮੱਥਾ ਟੇਕੋ, ਚਾਹੇ ਬਾਹਰੋਂ ਬੰਦਾ ਆਏ ਚਾਹੇ ਇੱਧਰ ਦਾ ਆਏ। ਇਹ ਤੁਹਾਡੇ ਇਹ ਲੋਕ, ਕਿਉਂਕਿ ਉੱਥੇ ਕਿਸੇ ਨੇ ਨਹੀਂ ਪੁੱਛਣਾ ਤੁਹਾਡੇ ਕਿੰਨੇ ਬੱਚੇ ਨੇ, ਤੁਹਾਡੇ ਕਿੰਨੇ ਮਕਾਨ ਨੇ, ਤੁਹਾਡੀ ਕਿੰਨੀ ਗੱਡੀ ਨੇ। ਉੱਥੇ ਆਈ ਪੁੱਛਣਾ ਕਿ ਤੁਸੀਂ ਗੁਰਦੁਆਰੇ ਸਾਹਿਬ ਕਿੰਨੀ ਸੇਵਾ ਕੀਤੀ, ਤੁਸੀਂ ਮੇਰਾ ਸਿਮਰਨ ਕੀਤਾ ਅਕਾਲ ਪੁਰਖ ਨੇ, ਤੁਸੀਂ ਕੀ ਖਟਿਆ ਉੱਥੇ ਜਾ ਕੇ, ਨਿਤਨੇਮ ਕੀਤੇ ਨਹੀਂ ਕੀਤੇ, ਤੁਸੀਂ ਦਾਨ ਪੁੰਨ ਕੀਤਾ ਹੈ। ਲੇਕਿਨ ਸਭ ਤੋਂ ਵੱਡੀ ਸੇਵਾ ਸਿਮਰਨ ਕਰਨਾ ਹੈ, ਸਭ ਤੋਂ ਵੱਡੀ ਸੇਵਾ ਬਾਣੀ ਪੜ੍ਹਨਾ। ਅਕਾਲ ਪੁਰਖ ਨੇ ਉਹੀ ਪੁੱਛਣਾ ਹੈ ਕਿ ਤੂੰ ਮੇਰੀ ਕਿੰਨੀ ਸੇਵਾ ਕੀਤੀ, ਤੂੰ ਮੇਰੇ ਸਾਹਮਣੇ ਕਿੰਨਾ ਰਿਹਾ ਹੈ। ਕਿਉਂਕਿ ਅਸੀਂ ਦੁਨੀਆ ਦੇ ਵੱਲ ਜ਼ਿਆਦਾ ਚੱਲਦੇ ਹਾਂ, ਇਸ ਵੱਲ ਨਹੀਂ ਆਉਂਦੇ ਹਾਂ। ਹਾਂਜੀ, ਤੇ ਹੁਣ ਮਤਲਬ ਜਦੋਂ ਸੰਗਤ ਆਏਗੀ, ਤੁਸੀਂ ਅਪੀਲ ਕਰ ਰਹੇ ਹੋ ਸੰਗਤ ਨੂੰ ਕਿ ਸੰਗਤ ਆਵੇ, ਰਿਸ਼ੀਕੇਸ਼ ਆਉਂਦੀ ਹੈ ਤੇ ਇਹ ਜੋ ਨਿਊ ਟੇਰੀ ਹੈ ਤੇ ਇਹ ਬਿਲਕੁਲ ਮਤਲਬ ਤੁਸੀਂ ਪਹਿਲੇ ਟੀਰੀ ਹੋ ਕੇ ਗੁਰਦੁਆਰਾ ਸਾਹਿਬ ਹੋ ਕੇ ਫਿਰ ਤੁਸੀਂ ਸ਼੍ਰੀਨਗਰ ਵੀ ਜਾ ਸਕਦੇ ਹੋ। ਹਾਂ, ਉਧਰੋਂ ਵੀ ਰਸਤਾ ਹੈ ਨਾ, ਤੇ ਮੈਂ ਤੁਹਾਡਾ ਨੰਬਰ ਵੀ ਦੇ ਦਾਂਗਾ, ਹੈ ਨਾ। ਤੇ ਸੰਗਤ ਇੱਥੇ ਪਹੁੰਚ ਸਕਦੀ ਹੈ ਨਾ, ਕਿਉਂਕਿ ਸੰਗਤ ਪਿੱਛੇ ਹੀ ਗੁਰਦੁਆਰੇ ਸਾਹਿਬ ਚੱਲਦੇ ਨੇ। ਜਿਹੜੇ ਵੀ ਗੁਰਦੁਆਰੇ ਸਾਹਿਬ ਚੱਲਦੇ ਪਏ ਸਾਰੀ ਸੰਗਤ ਪਿੱਛੇ ਚੱਲਦੇ ਪਏ। ਹਾਂਜੀ, ਤੇ ਮੇਰੀ ਸੰਗਤ ਨੂੰ ਬੇਨਤੀ ਹੈ ਕਿ ਮੈਂ ਬਾਬਾ ਜੀ ਦਾ ਨੰਬਰ ਦੇ ਦਾਂਗਾ, ਤੁਸੀਂ ਇਹਨਾਂ ਨੂੰ ਕੰਟੈਕਟ ਕਰ ਸਕਦੇ ਹੋ ਤੇ ਗੁਰਦੁਆਰਾ ਸਾਹਿਬ ਆ ਸਕਦੇ ਹੋ। ਇੱਥੇ ਹਾਲ ਵੀ ਬਣਿਆ ਹੋਇਆ ਹੈ ਤੇ ਕਮਰੇ ਵੀ ਬਹੁਤ ਵਧੀਆ ਬਣੇ ਹੋਏ ਨੇ, ਪੂਰਾ ਪ੍ਰਬੰਧ ਇਹ ਕਰਦੇ ਨੇ। ਤੁਸੀਂ ਆਓ, ਸ਼੍ਰੀ ਹੇਮਕੁੰਟ ਸਾਹਿਬ ਜਾਂਦੇ ਹੋ ਤੇ ਇੱਥੇ ਆ ਕੇ ਜ਼ਰੂਰ ਜਾਓ, ਕਿਉਂਕਿ ਇਹ ਜੋ ਗੁਰਦੁਆਰਾ ਸਾਹਿਬ ਹੈ ਉਹ ਸੰਗਤ ਕਰਕੇ ਹੀ ਚੱਲਣਾ ਹੈਗਾ, ਹੈ ਨਾ। ਤੁਸੀਂ ਇੱਥੇ ਆਓ ਤੇ ਬਾਬਾ ਜੀ ਨੂੰ ਸੇਵਾ ਦਾ ਮੌਕਾ ਦਿਓ ਤੇ ਆਪਣੀ ਹਾਜ਼ਰੀ ਇੱਥੇ ਲਗਵਾ ਕੇ ਜਾਓ। ਇਹ ਗੁਰਦੁਆਰਾ ਸਾਹਿਬ ਦੀ ਹਿਸਟਰੀ 1935 ਤੋਂ ਹੈ, ਕਿਉਂਕਿ ਜਦੋਂ ਇਹਨਾਂ ਦੇ ਬਜ਼ੁਰਗ ਆਏ ਸੀ ਮਹਾਰਾਜ ਦੇ ਸਰੂਪ ਨੇ ਇੱਥੇ, ਹੈ ਨਾ। ਤੇ ਤੁਸੀਂ ਆ ਕੇ ਇੱਥੇ ਨਤਮਸਤਕ ਹੋ ਕੇ ਜ਼ਰੂਰ ਜਾਓ। ਚੰਗਾ ਜੀ, ਵਾਹਿਗੁਰੂ ਜੀ ਦੀ ਖਾਲਸਾ, ਵਾਹਿਗੁਰੂ ਜੀ ਦੀ ਫਤਿਹ।